वेलकम बैक नाज़रीन। ब्रेक के बाद खुश आमदीद कहता हूँ आपको। और इस वक्त मेरे साथ मुतासरा बच्ची जो नौरीन है उसके वालिद मोहतरम मेरे साथ मौजूद हैं। ये वो बदनसीब बाप है जिसकी बच्ची को जो है मुबैना तौर पर ज़्यादती का निशाना बनाया गया। और ज़्यादती का जिसने निशाना बनाया है वो कोई और नहीं बल्कि ससुर है। यानी कि ससुर ने अपनी ही बहू को अपनी दरिंदगी और हवस का निशाना बनाया है। उस बाप पर क्या गुज़रती होगी। ये वो बदनसीब बाप है, यकीन करें, जो कि ज़ारो कतार रो रहा है, इंसाफ का मुतालबा कर रहा है। और अगर आपको मैं बताऊं तो ये बाप जो है मेहनत कश बाप है। ये कोई ब्लैक मेलर नहीं है, ये कोई जिनका ये वतीरा नहीं है कि झूठे मुकदमात दर्ज करवाए जाएं, जो कि खुद कहेगा कि अगर गलत साबित हो तो मुझ पे मुकदमा दर्ज कर दें। अब इनसे बात करते हैं और ये काम क्या करते हैं। आप बिलीव करें कि ये छोटी सी रेहड़ी है इनकी और ये 1 किलो चने बेचते हैं और अपने घर का गुजारा करते हैं। चिक्कड़ चने बेच के गुजारा करते हैं। इनसे बात करते हैं। अस्सलाम वालेकुम। वालेकुम सलाम। बाबा जी, हाँ जी, हौसला मेरा टट गया बड़ा। मैनू इंसाफ नहीं किधरे मिल रहा, किधरे नहीं मिल रहा इंसाफ। दर बर से बठोडे खा रहा, कोई इंसाफ नहीं मिल रहा। मरियम कहती कोई इंसाफ नहीं, कोई थाने की रसाई नहीं सुन रहा। मैडिकल करा लिया, हर चीज़ कर ली, मेरा पर्चा दर्ज नहीं होंदा जनाब। बड़ा दर्द आखिर पुत्र तुहाडा सारा लेना पिया मैनू। मेरे नाल इस बंदे ने बड़े जुल्म किए ने। बाबा जी, ये कौन है बंदा? ਇਹ ਬੰਦਾ ਜਨਾਬ ਮੇਰੇ ਬਸ ਐਵੇਂ ਪੈ ਗਿਆ ਸੀ। ਮੇਰੀ ਪਹਿਲੇ ਬੱਚੀ ਇੱਕ ਵਿਆਹੀ ਇਹਨੇ, ਕੀ ਨਾਮ ਹੈ ਇਹਦਾ? ਇਹਦਾ ਅਸਗਰ ਅਲੀ। ਠੀਕ ਹੈ। ਇਹਨੇ ਬੱਚੀ ਇੱਕ ਮੇਰੀ ਨਾਲ ਚਲੀ ਗਈ, ਇਹਨਾਂ ਨੇ ਨਿਕਾਹ ਕਰ ਲਿਆ 900 ਰੁਪਏ ਦੇ। ਇਹਦੇ ਬੇਟੇ ਨੇ ਨਿਕਾਹ ਕਰ ਲਿਆ, ਨਿਕਲ ਗਈ ਸੀ। ਇਹਨੇ ਨਿਕਾਹ ਕਰ ਲਿਆ। ਨਿਕਾਹ ਕਰਨ ਤੋਂ ਬਾਅਦ ਮੇਰੇ ਨਾਲ ਅਟੈਚਿੰਗ ਹੋਇਆ ਤੇ ਮੈਨੂੰ ਕਹਿਣ ਲੱਗਾ ਕਿ ਯਾਰ ਤੂੰ ਨਾ ਟੈਨਸ਼ਨ ਨਾ ਲੈ ਤੇ ਮੈਂ ਸ਼ਰੀਫ ਆਦਮੀ, ਤੂੰ ਮੈਨੂੰ ਦੂਸਰੀ ਬੱਚੀ ਵੀ ਦੇ 2 ਮਹੀਨਿਆਂ 'ਚ ਹੀ ਦੂਸਰੀ ਬੱਚੀ ਵੀ ਦੇ ਦੇ ਤੇ ਮੇਰੀ ਵੀ ਲੈ ਲੈ। मैं कहा चल यार शरीफ आदमी, चलो कोई गल नहीं। मैं मेहनत मजदूरी करने वाला, मेरे को टाइम नहीं होंदा, मैं जावां किधरे। ये रोज़ मनशियात बेचता है, मनशियात बेचने वाला वेला दौड़िया रहिंदा। ये आंदा रहा इन्हें जनाब मैंने महीने के अंदर अंदर मेरे को दूसरी बच्ची का भी निकाल ले लिया। वो बच्चा दा अखां तो नबीना निकलिया, मैं उन्होंने भी रखिया है, मैं पल्लियों खर्चा पूरा करना। फिर इन्हें की किया, जिहड़ी बच्ची मेरी गई सी उहदी इज्जत ते हमला किया। उहदा बंदा लाहौर काम करता सी, ਉਹਦੀ ਬੱਚੀ ਤੇ ਹਮਲਾ, ਰਾਤ ਨੂੰ ਉਹਦੀ ਬੀਵੀ ਤੇ ਹਮਲਾ ਕੀਤਾ ਇੱਜ਼ਤ ਦਾ। ਉਹ ਤਿੰਨੇ ਬੇਟੀਆਂ ਦੀ ਸ਼ਾਦੀ ਉਹੀ ਘਰ? ਹਾਂਜੀ ਹਾਂਜੀ, ਉੱਥੇ ਮੈਂ ਤੁਹਾਨੂੰ ਸੱਚੀ ਸੀ। ਉਹ ਤਿੰਨੇ ਬੇਟੀਆਂ ਦੀ ਸ਼ਾਦੀ ਉਸ ਬੇਟਾ ਮੈਂ ਦੱਸਣਾ, ਮੈਂ ਤੁਹਾਨੂੰ ਦੱਸਣਾ ਕਿ ਪਹਿਲੇ ਤੇ ਬੱਚੀ ਗਈ ਕਾਪੇ, ਠੀਕ ਹੈ। ਉਹਦਾ ਨਿਕਾਹ ਹੋ ਗਿਆ, ਉਹਦਾ ਖਾਮ ਸਹੀ, ਉਹਦੀ ਇੱਜ਼ਤ ਤੇ ਹਮਲਾ ਕੀਤਾ। ਬੱਚਾ ਇੱਥੇ ਸਾਡੇ ਕੋਲ ਆ ਗਿਆ, ਇੱਥੇ ਰਹਿਣ ਲੱਗ ਪਿਆ। ਦੂਸਰੀ ਮੇਰੇ ਨਾਲ ਧੋਖੇ 'ਚ ਮਹੀਨੇ ਦੇ ਅੰਦਰ ਦੀ ਨਸੀ ਪਹਿਲੀ ਬਹੂ ਨੂੰ ਵੀ ਆਪਣੀ ਜ਼ਿਆਦਤੀ ਦਾ ਨਿਸ਼ਾਨਾ ਬਣਾਇਆ ਜਨਾਬ। ਛੇੜਛਾੜ ਕਰਦਾ ਸੀ, ਉਹਦੀਆਂ ਵੀ ਹੱਥ ਬਾਹਾਂ ਛਿੱਲੀਆਂ ਗਈਆਂ। ਉਹ ਦੌੜ ਲਾ ਕੇ ਨਾਲ ਸਾਡੇ ਕੋਲ ਆ ਗਈ ਬਾਬਾ ਇੱਥੇ। ਉਹਨੇ ਆਪਣੇ ਮੀਆਂ ਨੂੰ ਬੁਲਾਇਆ, ਉਹਨੇ ਕਿਹਾ ਮੈਨਾਂ ਕੁਛ ਹੋਇਆ। ਦੂਸਰੇ ਜਵਾਈ ਮੇਰੇ ਨੇ, ਉਹ ਪਿੰਡ ਸੀ, ਉਹਨੇ ਕਿਹਾ ਅੱਬੂ ਤੇਰੇ ਤੇ ਝੂਠਾ ਇਲਜ਼ਾਮ ਮੇਰੇ, ਚੱਲ ਆ ਮੈਂ ਪੁੱਛਾਂ। ਕਹਿੰਦਾ ਨਹੀਂ ਜਾਣਾ ਨਹੀਂ ਗਾ, ਉੱਥੇ ਨਹੀਂ ਜਾਣਾ, ਉੱਥੇ ਕੰਮ ਖਰਾਬ ਹੋ ਜਾਏਗਾ। ਉਹਨੇ ਕਿਹਾ ਸਾਡਾ ਪਿਓ ਗਿਲਟੀ ਹੈ। ਉਹ ਵੀ ਆਪਣੀ ਬੀਵੀ ਲੈ ਕੇ ਇੱਥੇ ਮੇਰੇ ਕੋਲ ਆ ਗਿਆ। ਉਹਨੇ ਕਿਹਾ ਭਾਈ ਸਾਡਾ ਪਿਓ ਸਹੀ ਨਹੀਂ ਗਾ, ਸਾਡੇ ਬੱਚੇ ਇੱਥੇ ਰਹਿਣਗੇ ਤੇ ਹੱਥ ਬੰਨੇ। ਮੈਂ ਕਿਹਾ ਚਲੋ ਰਵੋ। ਆ ਗਿਆ ਆਪਣੀ ਪਹਿਲੀ ਬੇਟੀ ਨੂੰ ਲੈ ਕੇ ਤੁਹਾਡਾ ਜਵਾਈ ਇੱਥੇ ਤੁਹਾਡੇ ਕੋਲ ਆ ਗਿਆ ਤੇ ਦੂਸਰਾ ਵੀ ਜਨਾਬ ਲੈ ਕੇ ਆ ਗਿਆ। ਉਹ ਵੀ ਲੈ ਕੇ ਆ ਗਿਆ। ਉਹ ਡਰ ਗਿਆ, ਉਹਨੇ ਕਿਹਾ ਇਹਦੇ ਤੇ ਹਮਲਾ ਮੇਰੇ ਤੇ ਵੀ ਹੋ ਜਾਏਗਾ। ਫਿਰ ਇਹਨੇ ਕੀ ਕੀਤਾ, ਤੀਸਰੀ ਬੱਚੀ ਜਿਹੜੀ ਮੇਰੀ ਸੀ ਨਾ, ਉਹਨੂੰ ਜਨਾਬ ਇਹਨਾਂ ਚੱਕਰਾਂ 'ਚ ਪਾ ਲਿਆ। ਮੈਂ ਇਕੱਲਾ, ਬੀਵੀ ਮੇਰੀ ਫੌਤ ਹੋ ਗਈ ਹੈ, ਮੈਂ ਇਕੱਲਾ, ਬੀਵੀ ਮੇਰੀ ਫੌਤ, ਮੈਂ ਬਾਹਰ ਮਜ਼ਦੂਰੀ ਕਰਨਾ। ਇਹਨਾਂ ਨੇ ਜਨਾਬ ਮੇਰੇ ਕੋਲ ਗਨ ਪੁਆੜ ਤੇ ਬੱਚੀ ਖੋਈ ਧੱਕੇ ਨਾਲ। ਬਿਮਾਰ ਆਦਮੀ, ਮੈਂ ਸਾਹ ਦਾ ਮਰੀਜ਼ ਹੀ ਨਹੀਂ ਸਕਦਾ ਨਾ, ਮੇਰੇ ਬੱਚੀ ਨੂੰ ਐਸਾ ਚੱਕਰ ਪਾ ਕੇ ਉਹਨੇ ਨਿਕਾਹ ਕਰ ਲਿਆ। ਜਦੋਂ ਬੱਚੀ ਤੇ ਉੱਥੇ ਜ਼ੁਲਮ ਹੁੰਦੇ ਨੇ, ਬੱਚੀ ਦੱਸਦੀ ਏ ਤੇ ਜਨਾਬ ਮੇਰੇ ਤੇ ਦਰਖਾਸਤਾਂ ਝੂਠੀਆਂ ਦੇਗਾ, ਮੈਨੂੰ ਰੋਲੇਗਾ, ਪਰੇਸ਼ਾਨ ਕਰੇਗਾ। ਫਿਰ ਪਤਾ ਹੀ ਕਹੇਗਾ ਤੈਨੂੰ ਮੈਂ ਮਾਰ ਦੇਣਾ, ਤੈਨੂੰ ਮੈਂ ਅੰਦਰ ਕਰਾਉਣਾ, ਤੇਰੀਆਂ ਬੱਚੀਆਂ ਨਾਲ ਫਿਰ ਮੈਂ ਖੇਲਾਂਗਾ, ਤੂੰ ਚੁੱਕ ਕਰਕੇ ਵਹਾਂ ਮੈਨੂੰ ਕੀ ਕਰੇਗਾ। ਅੱਛਾ, ਇਹ ਅਸਗਰ ਕਹਿੰਦਾ ਫਿਰ ਕੰਮ ਕੋਈ ਨਹੀਂ। ਮਨਸ਼ਿਆਤ ਵੇਚਦਾ ਮਿਰਜ਼ਾਪੁਰ ਥਾਣੇ, ਸਾਰਿਆਂ ਨੂੰ ਪਤਾ ਹੈ। ਤੁਹਾਨੂੰ ਪਹਿਲੇ ਨਹੀਂ ਪਤਾ ਸੀ ਕਿ ਜਨਾਬ ਮੈਂ ਕਿਹਾ ਬੱਚੀ ਨੱਸ ਕੇ ਗਈ। ਮੈਨੂੰ ਤਾਂ ਮਹੀਨੇ ਦੇ ਅੰਦਰ, ਮਹੀਨੇ 'ਚ ਕੀ ਮੈਂ ਕਰ ਸਕਦਾ, ਮਜ਼ਦੂਰ ਆਦਮੀ, ਮੈਂ ਤਾਂ ਇੱਕ ਵਾਰੀ ਵੀ ਨਹੀਂ ਗਿਆ ਨਾਲ। ਇਹਨੇ ਮਹੀਨੇ 'ਚ ਮੈਨੂੰ ਟੰਗ ਲਿਆ ਸਾਰੇ ਪਾਸੇ। ਇਹਨੇ ਕੀ ਕੀਤਾ, ਖਿਡਾਰੀ ਏ। ਇਹ ਬੱਚੀ ਮੇਰੀ ਨੂੰ ਘਰ ਦੇ ਰੇਟ ਪਈ ਪੁਲਿਸ ਦੀ, 4-5 ਮਹੀਨੇ ਦੀ ਗੱਲ ਏ। ਉਹ ਬੱਚੀ ਨੂੰ ਉਠਾ ਕੇ ਲੈ ਗਈ ਪੁਲਿਸ। ਉਹਨਾਂ ਨੇ ਕਿਹਾ ਤੇਰਾ ਸਹੁਰਾ ਪੇਸ਼ ਹੋਏਗਾ, ਕੱਢਾ ਗੈਰਤ ਮੰਨਦੇ ਤੇ ਤੈਨੂੰ ਛੱਡ ਦੇਂਗੇ, ਤੂੰ ਸਾਡੀ ਧੀ ਹੈ। 30 ਘੰਟੇ ਬਾਅਦ ਬੱਚੀ ਲਿਆਂਦੀ ਉੱਥੋਂ। ਹਾਂਜੀ, ਇਹ ਮਨਸ਼ਿਆਤ ਵੇਚਦੇ ਨੇ ਉੱਥੇ। ਆਪਣੇ 50,000 ਕਿੰਨਾ ਰੁਪਈਆ ਤੇ ਆਇਆ। ਇਹ ਜਨਾਬ ਮਨਸ਼ਿਆਤ ਵੇਚਦਾ, ਇਹ ਕਾਰੋਬਾਰ ਦਾ। ਮੈਂ ਮਜ਼ਦੂਰ ਆਦਮੀ ਹਾਂ। ਅੱਛਾ ਬਾਬਾ ਜੀ, ਮੈਨੂੰ ਇਹ ਦੱਸੋ ਕਿ ਤੁਹਾਡੀਆਂ ਤਿੰਨੇ ਬੇਟੀਆਂ ਤੁਹਾਡੇ ਕੋਲ? ਜੀ, ਅਗਰ ਬੇਟਾ ਇਸ ਬੱਚੀ ਨਾਲ
मेरी ना मैं कोई कंजर नहीं, ना मैं पैसे लै वाला ना बेचने वाला। अगर मेरी बच्ची ने दस ना साबित ना हो तो मेरे ते परचा दे दो, मैं अपने ते परचा चलने लिए तैयार है। मैं खाना बदोश नहीं गा, ना मैं कंजर हाँ, खानदानी बंदा मैं। हाँ जी, मेरे नाल जुल्म इस बंदे ने पूरा महल्ले च, मैं इत्थे बच्चे जम्मे ने, इत्थे रेहा किराए ते, मैं कहा तुसीं पोजीशन वे लीए, इत्थे जवानी दा इत्थे बच्चे पाले ने, पूरे महल्ले को मेरी तस्दीक ले लो कि मैं किहो जिहा आदमी हाँ। अज तक मैं थाना नहीं वेख्या, अज तक नहीं वेख्या। इस बंदे ने मैनूं थाने वहाते ने, कित्थे जावां मैं, कित्थे जावां, खुदकशी करने लई फिरन आ कि मैं खुदकशी कर जावां। हाँ जी, मैं खुदकशी कर लवां, मैनूं इहने मेरा जीना हराम करता जनाब। मेरी जिंदगी कोई नहीं, मैं जिथे छोले लाना उत्थे लोगों को मेरी तस्दीक करो, महल्ले चो तस्दीक करो कि मैं किस कैपर का बंदा गा, किहो जी मेरी लैन है। अज तक मैं बारा नहीं, किसी को बहना नहीं, उठने मेहनत मजदूरी करनी अपने आ जाना बड़ा कुछ ਗੱਲ ਦੱਸੋ ਬਾਬਾ ਜੀ, ਇਹ ਤੁਹਾਡੀ ਬੱਚੀ ਮੈਨੂੰ ਕਹਿ ਰਹੀ ਸੀ ਕਿ ਉਹਦੇ ਕੋ ਆਪਣੇ ਸ਼ੋਹਰ ਕੋ ਖੁਲਾ ਲੈ ਲਈਏ। ਇਹ ਉਸ ਤੋਂ ਬਾਅਦ ਮੈਨੂੰ, ਮੈਂ ਬਾਹਰ ਗਈ ਬਾਜ਼ਾਰ ਚੋਂ, ਮੈਨੂੰ ਉੱਥੋਂ ਅਗਵਾ ਕੀਤਾ, ਫਿਰ ਮੈਨੂੰ ਨਨਕਾਣੇ ਲੈ ਗਏ, ਉਸ ਤੋਂ ਬਾਅਦ ਖਾਲਾ ਦੇ ਘਰ ਰੱਖਿਆ, ਫਿਰ ਉੱਥੇ ਆਪਣੇ ਘਰ ਲੈ ਗਿਆ, ਫਿਰ ਉੱਥੇ ਮੇਰੇ ਸੁਸਰ ਨੇ ਮੇਰੇ ਨਾਲ ਜ਼ਿਆਦਤੀ ਕੀਤੀ ਮੁਬੈਨਾ ਤੌਰ ਤੇ। ਇਹ ਬਾਬਾ ਜੀ ਮੈਨੂੰ ਦੱਸੋ ਇਹ ਕੀ ਮਾਮਲਾ ਹੈ? ਇਹ ਬੇਟਾ ਇਸ ਤਰ੍ਹਾਂ ਹੋਇਆ ਕਿ ਦੂਸਰੇ ਮਹੀਨੇ ਦੀ 7 ਤਰੀਕ ਨੂੰ ਖੁਲਾ ਲਈ ਗਈ, ਖੁਲਾ ਲੈ ਲਈ? ਖੁਲਾ ਹੋ ਗਈ ਬੱਚੀ ਘਰ। ਖੁਲਾ ਕਿਉਂ ਲਿੱਤੀ? ਖੁਲਾ ਇਹੋ ਲਈ ਕਿ ਇਹ ਜਨਾਬ ਜਰੈਮ ਪੇਸ਼ਾ ਲੋਕ ਜਾਸੀਆਂ ਕਰਦੇ ਨੇ, ਮਾਰ ਕਟਾਈਆਂ। ਬਾਬਾ ਜੀ ਤੁਸੀਂ ਫਿਰ ਉੱਥੇ ਸਾਰੇ ਆਪਣੇ ਬੱਚੇ ਹੀ ਉੱਥੇ ਵਿਆਹ ਤੇ? ਮੈਂ ਪੁੱਤਰ ਉਹ ਤਾਂ ਦੋ ਆ ਗਏ ਸਨ, ਇਹਨੂੰ ਤੇ ਮੇਰੇ ਤੋਂ ਜ਼ਬਰਦਸਤੀ, ਤੁਹਾਨੂੰ ਮੈਂ ਦੱਸਦਾ ਕਿ ਜ਼ਬਰਦਸਤੀ ਮੇਰੇ ਦੂਜੇ ਜਵਾਈ ਨੇ ਉਹ ਤੇ ਨਹੀਂ ਕੰਮ ਕਰਦੇ? ਨਹੀਂ ਉਹ ਸ਼ਰੀਫ ਆਦਮੀ, ਉਹ ਮੇਰੇ ਕੋਲ ਰਹਿੰਦੇ ਨੇ। ਅੱਜ ਉਹ ਇੱਜ਼ਤ ਵਾਲੇ ਨਾ ਹੁੰਦੇ ਤੇ ਮੇਰੇ ਇੱਥੇ ਕਿਉਂ ਬੰਦੇ, ਉਹ ਵੀ ਬਹਿ ਜਾਂਦੇ ਉੱਥੇ ਹੀ। ਉਹ ਵਿਚਾਰੇ ਇੱਥੇ ਮੈਨੂੰ ਮਜ਼ਦੂਰੀ ਕਰ ਰਹੇ ਨੇ, ਕਿਸ ਕਮਰੇ 'ਚ, ਕੁਛ ਕਮਰੇ 'ਚ ਉਹ ਹੈਗਾ। ਆਪਣੇ ਬਾਪ ਦੇ ਨਾਲ ਮਿਲ ਕੇ ਉਹ ਵੀ ਮਨਸ਼ੀਆਤ ਦੇ ਕੰਮ ਕਰਦੇ? ਨਹੀਂ ਇਹ ਜਿਹੜੇ ਬੱਚੇ ਇੱਥੇ ਨੇ, ਜਿਹੜੇ ਉੱਥੇ ਰਹਿੰਦੇ? ਉੱਥੇ ਉਹ ਸਾਰਾ ਟੱਬਰ ਬੀਵੀ ਇਹਦੀ ਵੀ ਸਭ ਮਨਸ਼ੀਆਤ ਦਿੰਦੇ ਲੈਂਦੇ ਨੇ। ਠੀਕ ਹੈ, ਪੂਰੇ ਥਾਣੇ ਨੂੰ ਪਤਾ ਹੈਗਾ, ਲੋਕਾਂ ਨੂੰ ਵੀ ਪਤਾ ਹੈ। ਇਹ ਜਨਾਬ ਇਸ ਤਰ੍ਹਾਂ ਹੈ ਕਿ ਜਦੋਂ ਮੈਂ ਆਪਣਾ 2 ਤਰੀਕ ਨੂੰ ਦੂਸਰੇ ਮਹੀਨੇ ਦੀ ਨੂੰ 7 ਤਰੀਕ ਨੂੰ ਖੁੱਲਾ ਲਈਏ, ਬੱਚੀ ਤੀਸਰਾ ਦਿਨ ਸੀ ਖੁੱਲਾ ਨੂੰ, ਬੱਚੀ ਬਾਜ਼ਾਰ ਗਈ ਹੈ ਸੌਦਾ ਲੈਣ ਲਈ ਬਾਹਰ। ਇਹਦਾ ਬੰਦਾ, ਇੱਕ ਬੰਦਾ ਹੋਰ ਨਾਮ ਨੂੰ, ਇਹਨੂੰ ਠਾ ਕੇ ਲੈ ਕੇ, ਸਾਨੂੰ ਨਹੀਂ ਪਤਾ ਲੱਗਾ ਕੌਣ ਲੱਗਿਆ ਕੌਣ ਨਹੀਂ। ਅਸੀਂ ਇੰਨੀ ਟੈਨਸ਼ਨ, ਮੈਂ ਰੋਂਦਾ ਪਿੱਟਦਾ ਰਿਹਾ। ਮੈਂ ਕਿਹਾ ਯਾਰ ਮੈਂ ਕਿੱਥੇ ਜਾਵਾਂ, ਮੈਂ ਦੱਸਾਂ ਮੇਰੀ ਬਿਸਤੀ ਹੈ, ਕੀ ਪਤਾ ਬੱਚੀ ਕਿਤੇ ਆਪੇ ਹੀ ਚਲੀ ਗਈ, ਕੀ ਬਣਿਆ ਕਿ ਮੈਂ ਜਨਾਬ ਰੋਂਦਾ ਪਿੱਟਦਾ ਰਿਹਾ, ਆਪਣੇ ਪਰੇਸ਼ਾਨ ਰਿਹਾ। ਤੁਹਾਨੂੰ ਪਤਾ ਪੁਲਿਸ ਕੀ ਕਰਦੀ ਹੈ, ਜਾਨਮਰ ਦਾ ਪਰਚਾ ਨਹੀਂ ਤੇ ਮੈਂ ਦਰਖਾਸਤ ਦੇ ਕੇ ਪੁਲਿਸ ਕੋਲ ਆਪ ਹੀ ਫਸਣਾ ਸੀ। ਚੁੱਪ ਕਰਕੇ ਬਹਿ ਗਿਆ। ਮੈਨੂੰ ਜਨਾਬ ਕੋਈ ਮਹੀਨਾ ਗੁਜ਼ਰਿਆ ਤੇ ਇਹਦਾ ਬੱਚਾ ਹੈਗਾ, ਉਹਦਾ ਨੰਬਰ ਵੀ ਮੇਰੇ ਕੋਲ ਹੈ, ਟਾਈਮ ਵੀ ਨੋਟ ਹੈ, ਅਜੇ ਵੀ ਟਾਈਮ ਹੈਗਾ ਵਿੱਚ। ਇਹਦੇ ਬੱਚੇ ਨੇ ਮੈਨੂੰ ਫੋਨ ਕੀਤਾ, ਛੋਟੇ ਨੇ, ਸਭ ਤੋਂ ਛੋਟੇ ਨੇ, ਚਾਚੂ ਤੇਰੀ ਨਰੀਨ ਉੱਥੇ ਸਾਡੇ ਕੋਲ ਪਹੁੰਚ ਗਈ, ਬੜਾ ਜ਼ੁਲਮ ਹੋ ਰਿਹਾ ਉਹਦੇ ਤੇ, ਤੈਨੂੰ ਜਲਦੀ ਤੋਂ ਜਲਦੀ ਕਢਾ ਲੈ। ਬਸ ਇੰਨੀ ਗੱਲ ਹੀ ਕੀਤੀ ਉਸ ਬੱਚੇ ਨੇ। ਉਹ ਵੀ ਉਹਦਾ ਛੋਟਾ ਬੇਟਾ? ਸਭ ਤੋਂ ਛੋਟਾ। ਮੇਰੀ ਤੋਂ ਨੇਕੀ ਉਸ ਬੱਚੇ ਦੀ ਮੇਰੇ ਤੇ। ਮੈਂ ਜਨਾਬ ਉਸ ਵੇਲੇ ਅੱਡੇ ਤੇ ਡਿੱਗ ਪਿਆ। ਮੈਨੂੰ ਜਦੋਂ ਪਤਾ ਲੱਗਾ ਮੈਂ ਅੱਡੇ ਤੇ ਡਿੱਗ ਗਿਆ, ਮੈਂ ਕਿਹਾ ਮੇਰਾ ਕੀ ਬਣ ਗਿਆ। ਫਿਰ ਮੈਂ ਦੌੜਦਾ ਇੱਥੇ ਦੇ ਕੇ ਤਰਲਾ ਕਰ, ਉਹਦੇ ਕੇ ਤਰਲਾ ਕਰ, ਹੱਥ ਜੋੜ, ਲੋਕਾਂ ਦੇ ਤਰਲੇ ਕੀਤੇ, ਕਰ ਕਰਾ ਕੇ ਕਿਸੇ ਬੰਦੇ ਨੇ ਮੈਨੂੰ ਵਕੀਲ ਕਰਤਾ, ਵਕੀਲ ਕੀਤਾ, ਵਕੀਲ ਕਰਕੇ ਜਨਾਬ ਰਿਟ ਕੀਤੀ, ਰਿਟ ਕਰਕੇ ਜਨਾਬ ਉਦੋਂ ਮੰਡੀ ਫੈਜ਼ਾਬਾਦ ਵਾਲੀ ਪੁਲਿਸ ਨੇ ਬਰਾਮਦ ਕੀਤਾ, ਲੇਡੀਜ਼ ਭੈਣ ਨੇ, ਪੁਲਿਸ ਨੇ ਬੱਚੀ ਨੇ ਉੱਥੇ ਹੀ ਦੱਸਤਾ 21 ਤਰੀਕ ਨੂੰ ਕਿ ਮੇਰੇ ਨਾਲ ਜ਼ਨਾਹ ਕੀਤਾ ਇਹਨਾਂ ਨੇ। ਹਾਂਜੀ, ਇੱਥੋਂ ਠਾ ਕੇ ਪਹਿਲਾਂ ਲਗੇ ਨੇ ਬੱਚੀ ਨਨਕਾਣੇ ਉਹ ਖਾਲਾਂ ਦੇ ਘਰ, ਖਾਲਾਂ ਦੇ ਘਰੋਂ ਫਿਰ ਆਪਣੇ ਘਰ, ਪਤਾ ਨਹੀਂ ਕਿੱਥੇ ਰੱਖਦੇ ਰਹੇ ਨੇ ਕਿ ਪਿੱਛਾ ਨਾ ਕਰਨ। ਅਤੇ ਜਨਾਬ ਇਹ ਹੈਗੇ ਨੇ ਬਦਮਾਸ਼ ਪਾਰਟੀ। ਮੈਂ ਜਦ ਡਰਦਾ ਨਹੀਂ ਨਾਲ ਜਾਂਦਾ ਕਿ ਮੈਨੂੰ ਨਾ ਕਿ ਬਿਨਾਂ ਖੌਫ ਜਿਸ ਵੇਲੇ ਮਰਜ਼ੀ ਇਹਨਾਂ ਦੇ ਘਰ ਛਾਪਾ ਮਾਰ ਲਓ, ਅਸਲਾ ਬਰਾਮਦ ਕਰਨਗੇ। ਮੇਰਾ ਸਮਾਨ ਲੈ ਗਏ ਨੇ ਚੁੱਕ ਕੇ, ਮੈਂ ਨਹੀਂ ਬੋਲਿਆ। ਮੇਰੇ ਸ਼ਨਾਖਤੀ ਕਾਰਡ, ਮੇਰੇ ਬੇਫਾਰਮ, ਮੇਰੇ ਨਿਕਾਹਨਾਮੇ ਸਾਰੇ ਬੱਚਿਆਂ ਦੇ ਲੈ ਗਏ ਨੇ। ਹਾਂਜੀ, ਮੈਂ ਚੁੱਪ ਕਰ ਖਾਮੋਸ਼ ਬੈਠਾ ਕਿ ਮੈਂ ਸ਼ਰੀਫ ਆਦਮੀ, ਕਿ ਮੈਂ ਕੀ ਕਰਾਂ ਯਾਰ, ਕਿੱਥੇ ਜਾਵਾਂ, ਮੇਰੇ ਮਗਰ ਕੋਈ ਨਹੀਂ, ਮੇਰਾ ਕੋਈ ਭਰਾ ਨਹੀਂ ਦੁਨੀਆ 'ਤੇ ਗਾ, ਮੇਰਾ ਕੋਈ ਰਿਸ਼ਤੇਦਾਰ ਨਹੀਂ, ਤੇ ਕੋਈ ਭੈਣ ਭਰਾ ਨਹੀਂ, ਤਾਇਆ ਚਾਚਾ ਮੇਰਾ ਕੋਈ ਨਹੀਂ ਗਾ। ਮੈਂ ਕਿਹਦੇ ਕੋਲ ਜਾਵਾਂ, ਕੱਲੀ ਜਿੰਦੇ ਮੇਰੀ, ਕੱਲਾ ਹੀ ਮੈਂ ਜੋ ਕਰਨਾ, ਮੇਰੇ ਨਾਲ ਕੋਈ ਦੁਨੀਆ ਦਾ ਬੰਦਾ ਨਹੀਂ। ਅਤੇ ਜਨਾਬ ਜਿਹੜੀ ਇਹ ਮਹੱਲਾ ਹੀ ਹੈ ਮੇਰੇ ਨਾਲ, ਇਹਨਾਂ ਨੇ ਜਨਾਬ ਮੇਰੇ ਨਾਲ ਇਹ ਬਕੂਏ ਖੇਲੇ ਨੇ। ਅਤੇ ਜਨਾਬ ਐਸਾ ਤੁਸੀਂ ਥਾਣੇ ਗਏ ਹੋ? ਥਾਣੇ ਮੈਂ ਹੁਣ ਜਦੋਂ ਬੱਚੀ ਦਾ ਆਪਣਾ, ਜਦੋਂ ਤੁਹਾਨੂੰ ਬੱਚੀ ਨੇ ਦੱਸਿਆ ਕਿ ਮੇਰੇ ਨਾਲ, ਤੁਸੀਂ ਉਦੋਂ ਥਾਣੇ ਗਏ ਹੋ? ਜਨਾਬ ਮੈਂ 22 ਤਰੀਕ ਨੂੰ ਬੱਚੀ ਨੇ ਆਇਆ, 23 ਤਰੀਕ ਨੂੰ 22 ਤਰੀਕ ਨੂੰ ਆ ਕੇ ਬੱਚੀ ਨੇ ਘਰ ਰੋਣ, ਭੈਣਾਂ ਨੂੰ ਦੱਸਿਆ ਰੋ ਪਿੱਟ ਕੇ ਕਿ ਮੇਰੇ ਨਾਲ ਜਾਸਤੀ ਹੋ ਗਈ। ਮੈਂ ਦਸਤੀ ਜਨਾਬ ਬੰਦੇ ਨੂੰ ਦੱਸਿਆ, ਉਹਨੇ ਵਕੀਲ ਕੋਲ ਭੇਜਿਆ ਮੈਨੂੰ, ਵਕੀਲ ਕੋਲ ਗਿਆ, ਵਕੀਲ ਨੇ ਜਨਾਬ ਦਫਾ 30 ਦੇ ਮਜਿਸਟਰੇਟ ਕੋਲ ਜਾ ਕੇ ਬੱਚੀ ਦੇ ਬਿਆਨ ਕਰਾ ਕੇ ਅਤੇ ਮੈਡੀਕਲ ਲਈ ਲੈ ਤੇ ਮੈਨੂੰ ਕਹਿੰਦਾ ਥਾਣੇ ਚਲੇ ਜਾਓ। ਮੈਂ ਜਨਾਬ ਥਾਣੇ ਗਿਆ, ਥਾਣੇ ਚਲਾ ਗਿਆ ਅਤੇ ਜਨਾਬ SHO ਨਹੀਂ ਸੀ। 10 ਵਜੇ ਮੈਂ ਚਲਾ ਗਿਆ ਸੁਬਾਹ, 10 ਵਜੇ ਜਾ ਕੇ ਬਹਿ ਗਿਆ ਮੈਂ ਇੱਥੇ। ਅਤੇ ਉਹ ਮੈਨੂੰ ਜਨਾਬ ਕਹਿ ਰਹੇ ਨੇ ਜੀ, ਮੈਂ ਕਿਹਾ ਮੇਰੀ ਦਰਖਾਸਤ ਨੂੰ ਟੋਕਨ ਲਾਓ ਜੀ ਜਿਹੜੇ ਲਾਉਂਦੇ ਹੋ। ਉਹ ਲਾਉਂਦੇ ਆ ਬਾਬਾ ਜੀ, ਟੋਕਨ ਨਹੀਂ ਲੱਗਣ ਵਾਲੀ, SHO ਆ ਰਿਹਾ, SHO ਗਿਆ ਹਾਈ ਕੋਰਟ। ਮੈਨੂੰ ਜਨਾਬ 3 ਵੱਜ ਗਏ, ਹਾਈ ਕੋਰਟ ਨਾ ਮੈਂ ਕੋਈ ਖਾਧਾ ਨਾ ਪੀਤਾ, ਭੁੱਖਾ ਮੈਂ ਤਾਂ ਰੁਲ ਗਿਆ, ਬੇਜਾਨ ਮੈਂ ਤਾਂ ਰੁਲਦਾ ਪਿਆ। ਫਿਰ ਜਨਾਬ 3 ਵਜੇ SHO ਆਇਆ,
ਤੇ 3 ਵਜੇ ਐਸਐਚਓ ਨੇ ਆ ਕੇ ਮੈਨੂੰ ਕਿਹਾ ਜੀ ਆਪਣਾ ਬਾਬਾ ਜੀ ਲਿਆਓ, ਦਰਖਾਸਤ ਅੱਗੇ ਰੱਖੀ। ਬਾਬਾ ਜੀ ਕਿਹਾ, ਮੈਂ ਕਿਹਾ ਪੁੱਤਰ ਤੁਹਾਡੇ ਅੱਗੇ ਹੀ ਹੈ ਜੋ ਕੁਛ ਹੋਇਆ। ਬਾਬਾ ਜੀ ਤੁਸੀਂ ਰੋਵੋ ਨਾ, ਪਰੇਸ਼ਾਨ ਨਾ ਹੋ, ਤੁਸੀਂ ਮੈਡੀਕਲ ਕਰਾ ਕੇ ਆਓ ਤੇ ਮੈਂ ਪਰਚਾ ਦਿੰਦਾ। ਮੈਂ ਕਿਹਾ ਠੀਕ ਹੈ ਜਨਾਬ, ਮੈਂ ਮੈਡੀਕਲ ਕਰਾਉਣਾ। ਮੈਨੂੰ ਮੈਡੀਕਲ ਤੇ ਮੈਸੇਜ ਆਇਆ ਕਿ ਮੈਨੂੰ ਪੁਲਿਸ ਭੇਜੋ ਮੈਡੀਕਲ ਲਈ। ਉਹਨੇ ਜਨਾਬ ਸਬ ਇੰਸਪੈਕਟਰ ਨੂੰ ਕਿਹਾ ਕਿ ਬਾਬੇ ਨੂੰ ਲਿਖ ਕੇ ਦੇ ਹਸਪਤਾਲ ਦਾ ਤੇ ਉਸ ਸਿਪਾਹੀ ਦਾ ਨੰਬਰ ਦੇ ਲਿਖ ਕੇ ਜਿੱਥੋਂ ਮੈਡੀਕਲ ਕਰਾ ਕੇ ਲਿਆਏ। ਉਹਨਾਂ ਜਨਾਬ ਹੈ ਕਿ ਹੈੱਡਕੁਆਟਰ ਹੈਗਾ ਰਚਨਾ ਟਾਊਨ ਹਸਪਤਾਲ, ਇੱਥੇ ਦਾ ਲਿਖ ਕੇ ਤਾਂ ਮੁਲਾਜ਼ਮ ਦਾ ਨੰਬਰ ਦਿੱਤਾ। ਮੈਂ ਉੱਥੇ ਗਿਆ ਜਨਾਬ ਤੇ ਮੁਲਾਜ਼ਮ ਹੇਠਲੀਆਂ ਉਤਲੀਆਂ ਮਾਰੇ। ਮੈਂ ਫਿਰ ਦੁਬਾਰਾ ਫੋਨ ਕੀਤਾ ਉਸ ਸਬ ਇੰਸਪੈਕਟਰ ਨੂੰ। ਉਹਨੇ ਕਿਹਾ ਬੰਦੇ ਦਾ ਪੁੱਤਰ ਘਰ ਬਾਬੇ ਦਾ ਮੁਲਾਜ਼ਾ ਕਰਾ। 23 ਤਰੀਕ ਨੂੰ ਜਨਾਬ ਮੁਲਾਜ਼ਾ ਹੋ ਗਿਆ। ਮੈਨੂੰ ਲੇਡੀ ਡਾਕਟਰ ਨੇ ਕਿਹਾ ਬਾਬਾ ਜੀ ਤੁਹਾਨੂੰ 27 ਨੂੰ ਰਿਪੋਰਟ ਮਿਲ ਜਾਏਗੀ। ਮੈਂ ਕਿਹਾ ਠੀਕ ਹੈ। 27 ਨੂੰ ਮੈਂ ਗਿਆ, ਉਸ ਬੱਚੀ ਨੇ ਮੈਨੂੰ ਰਿਪੋਰਟ ਦਿੱਤੀ। ਉਹਨੇ ਕਿਹਾ ਬਾਬਾ ਜੀ ਜਾ ਕੇ ਇਹ ਰਿਪੋਰਟ ਜੇ ਤੇ ਪਰਚਾ ਹੋਣਾ ਜੇ, ਤਮਾਮ ਰਿਜ਼ਲਟ ਜਿਹੜੇ ਨੇ ਵੱਧ ਹੋਣੇ ਨੇ ਕਨਫਰਮ ਜਿਹੜੇ ਵੀ ਨੇ, ਤੁਸੀਂ ਪਰਚਾ ਕਰਾਓ ਜਾ ਕੇ, ਕਿਉਂ ਤੁਹਾਡੇ ਨਾਲ ਜਾਸਤੀ ਹੋਈ ਹੈ, ਸਾਡੀਆਂ ਵੀ ਧੀਆਂ ਨੇ, ਤੁਸੀਂ ਜਾ ਕੇ ਪਰਚਾ ਕਰਾਓ। ਜਨਾਬ ਮੈਂ ਨਾ ਰਾਤ ਨੂੰ ਜਿਸ 27 ਤਰੀਕ ਸੀ, ਰਾਤ ਹੋ ਗਈ, ਥੱਕ ਕੇ ਚੂਰ ਹੋ ਗਿਆ। ਮੈਂ ਘਰ ਨੂੰ ਆ ਗਿਆ। ਘਰ ਆ ਕੇ ਮੈਂ ਸਕੂਨ ਲਿਆ। ਮੈਂ ਦੂਸਰੇ ਦਿਨ ਜਨਾਬ ਸ਼ਾਮ ਨੂੰ ਚਲਾ ਗਿਆ। ਮੈਂ ਕਿਹਾ ਸੱਚੋ ਸ਼ਾਮ ਨੂੰ ਬੰਦੇ ਨੇ ਗਿਆ ਤੇ ਅੱਜ ਮੈਂ ਥਾਣੇ ਅੰਦਰ ਵੜਿਆ, ਮੇਰੇ ਨਾਲ ਬੰਦਾ ਵੀ ਸੀ। ਅੰਦਰ ਵੜਿਆ ਹੀ ਤੇ ਐਸਐਚਓ ਜਨਾਬ ਪ੍ਰਾਈਵੇਟ ਗੱਡੀ ਤੇ ਬਾਹਰ ਨਿਕਲ ਗਿਆ। ਮੈਂ ਚੁੱਪ ਕਰਕੇ ਡੀਕ ਡੂਕ ਇੰਤਜ਼ਾਰ ਕਰਕੇ ਘਰ ਆ ਗਿਆ। ਦੂਸਰੇ ਦਿਨ ਫਿਰ ਗਿਆ ਤੇ ਐਸਐਚਓ ਬਰਾਂਡੇ 'ਚ ਫਿਰਨ ਡਿਆ ਸੀ। ਮੈਂ ਸਲਾਮ ਕੀਤੀ ਜਨਾਬ, ਮੈਂ ਕਿਹਾ ਜੀ ਆ ਜਨਾਬ ਤੁਸੀਂ ਕਿਹਾ ਮੁਲਾਜ਼ਾ ਕਰਾ ਲਿਆਓ ਤੇ ਬਾਬਾ ਜੀ ਦਰਖਾਸਤ ਵੀ ਲਾਓ। ਮੈਂ ਕਿਹਾ ਜਨਾਬ ਦਰਖਾਸਤ ਵੀ ਨਾਲ ਹੀ ਲੱਗੀ ਹੈ ਤੇ ਉਹਨੇ ਦੇਖਿਆ ਵੀ ਨਹੀਂ ਮੇਰਾ ਕੁਝ ਵੀ। ਨਹੀਂ ਤੇ ਤੁਹਾਡੀ ਐਪਲੀਕੇਸ਼ਨ ਨੂੰ ਟੈਗ ਨਹੀਂ ਲਾਇਆ? ਕੁਛ ਨਹੀਂ ਜਨਾਬ, ਮੈਨੂੰ ਕਹਿੰਦਾ ਤੁਸੀਂ ਨਾ ਮੈਡੀਕਲ ਕਰਾਓ ਤੇ ਫਿਰ ਐਪਲੀਕੇਸ਼ਨ ਦੇਣੀ ਹੈ। ਉਹਨਾਂ ਕੋ ਮੈਡੀਕਲ ਤੇ ਹੋਏਗਾ ਲੇਕਿਨ ਐਪਲੀਕੇਸ਼ਨ ਤੇ ਲਓ ਨਾ। ਜਨਾਬ ਅਨਪੜ੍ਹ ਬੰਦੇ ਨਾ ਇਹਨਾਂ ਕੰਮਾਂ 'ਚ ਪਏ, ਜਿਹੜੇ ਖਿਡਾਰੀ ਹੁੰਦੇ ਨੇ ਲੋਕੀ ਕਰਦੇ ਨੇ, ਉਹਨਾਂ ਨੂੰ ਸਾਨੂੰ ਤਾਂ ਪਤਾ ਹੀ ਕੋਈ ਨਹੀਂ ਕੀ ਕਰਨਾ। ਅਸੀਂ ਤਾਂ ਥਾਣੇ ਗਈ ਮੈਡੀਕਲ ਲਈ ਆ। ਉਹਨੇ ਜਨਾਬ ਸਾਨੂੰ ਇੱਧਰ ਢੇਰਤਾ। ਮੈਡੀਕਲ ਕਰਾ ਕੇ ਆਇਆ ਤੇ ਮੈਨੂੰ ਜਨਾਬ ਵਾਲੀ ਕਹਿੰਦਾ ਜੀ ਉਹ ਸਬ ਇੰਸਪੈਕਟਰ ਉਹਦੇ ਕੋਲ ਚਲੇ ਜਾਓ। ਉਹਦੇ ਕੋਲ ਗਿਆ, ਉਹਨੇ ਪੜ੍ਹ ਕੇ ਤੇ ਉਹਨੇ ਨਾ ਦੂਸਰਾ ਬੰਦਾ ਬੈਠਾ, ਉਹਨੇ ਕਹਿੰਦਾ ਮੁਨਸ਼ੀ ਕੋਲ ਪਈ। ਮੁਨਸ਼ੀ ਕੋਲ ਗਿਆ, ਮੁਨਸ਼ੀ ਵੀ ਨਹੀਂ ਸੁਣ ਰਿਹਾ, ਸੀਟ 'ਤੇ ਬਹਿ ਜਾਂਦਾ ਇੱਧਰ। ਮੈਂ ਕਿਹਾ ਬੰਦਿਆ ਤੇਰੀ ਨਹੀਂ ਸੁਣੀ ਜਾਣੀ। ਰੋਂਦਾ ਪਿੱਟਦਾ ਬੱਚੀ ਨੂੰ ਲੈ ਕੇ ਰਾਤ ਨੂੰ ਜਨਾਬ 8-9 ਵਜੇ ਵਾਪਸ ਆ ਗਿਆ। ਉਹ ਦਿਨ ਗਿਆ ਤੇ ਇਹ ਦਿਨ ਗਿਆ ਜਨਾਬ। ਮੈਨੂੰ ਉੱਧਰੋਂ ਵੀ ਧਮਕੀਆਂ ਕਤਲ ਦੀਆਂ, ਮਾਰਨ ਦੀਆਂ, ਨਾ ਮੈਨੂੰ ਕੋਈ ਦਫਾ ਹੈ। ਮੈਂ ਇਕੱਲਾ ਹੈਗਾ। ਮੈਂ ਤੁਹਾਨੂੰ ਦੱਸਿਆ ਕਿ ਮੇਰਾ ਦੁਨੀਆ 'ਤੇ ਕੋਈ ਨਹੀਂ ਗਾ ਸਵਾ ਆਪਣੀ ਜ਼ਾਤ ਤੋਂ। ਹਾਂਜੀ ਤੇ ਬੱਚੇ ਨੇ ਮੈਨੂੰ ਤਪਤ ਮਿਲਣਾ ਚਾਹੀਦਾ। ਸਾਥ ਨਹੀਂ ਦੇ ਰਹੀ ਕੋਈ ਤੁਹਾਡਾ ਸਾਥ ਨਹੀਂ, ਕੋਈ ਸਾਥ ਨਹੀਂ ਦੇ ਰਿਹਾ ਜਨਾਬ। ਅੱਲਾ ਦਾ ਰਸੂਲ ਤੇ ਤੁਸੀਂ ਨਾਲ ਮੇਰੇ ਟੁਰੇ ਹੋ ਬਸ। ਤੁਸੀਂ ਆਵਾਜ਼ ਮੇਰਾ ਕਰਨੇ, ਤੁਸੀਂ ਮੇਰੇ ਜੋ ਵੀ ਕਰਨਾ, ਤੁਸੀਂ ਮੇਰੇ ਲਈ ਇੱਕ ਫਰਿਸ਼ਤਾ ਬਣ ਕੇ ਆਏ ਹੋ। ਠੀਕ ਹੈ। ਅੱਲਾ ਤੁਹਾਡੀ ਜ਼ਿੰਦਗੀ ਦੇ, ਤੁਹਾਡੇ ਮਾਂ ਪਿਓ ਦੀ ਜ਼ਿੰਦਗੀ ਤੇ ਮੇਰੇ ਨਾਲ ਬਹਿਸ਼ਰ ਹੋ ਰਿਹਾ ਪੁੱਤਰ। ਮੈਂ ਬੜਾ ਪਤਾ ਨਹੀਂ ਰੋਟੀ ਵੀ ਕਿਸੇ ਨੇ ਖਾਣਾ ਨਹੀਂ ਖਾਂਦਾ, ਟੁਰ ਮੈਂ ਨਹੀਂ ਸਕਦਾ। ਮੈਨੂੰ ਬੁਲਾਉਂਦੇ, ਮੇਰੇ ਬੁਲਾ ਕੇ ਮੈਨੂੰ ਬਾਹ ਲੈਣਗੇ, ਸਾਰੀ ਦਿਹਾੜੀ ਸ਼ਾਮ ਨੂੰ ਭੇਜ ਦੇਣਗੇ। ਮੈਂ ਕਿੱਥੇ ਜਾਵਾਂ ਪੁੱਤਰ? ਬਾਬਾ ਜੀ ਹੁਣ ਲਾਸਟ ਤੇ ਕੀ ਮੁਤਾਲਬਾ ਕਰਨਾ? ਲਾਸਟ ਤੇ ਮੇਰਾ ਮੁਤਾਲਬਾ ਇਹ ਹੈ ਕਿ ਸਰਕਾਰ ਮੈਨੂੰ ਮਾਰ ਦਿਓ, ਮੈਨੂੰ ਮਾਰ ਦਿਓ, ਮੈਨੂੰ ਮਾਰ ਦਿਓ। ਔਰ ਮੇਰੀ ਬੱਚੀ ਦਾ ਨਾਂ ਜਾਸਤੀ ਨਿਕਲੇ ਤੇ ਮੇਰੇ ਤੇ ਪਰਚਾ ਦੇ ਦਿਓ। ਮੇਰੀ ਬੱਚੀ ਦੇ ਨਾਂ ਨਿਕਲੇ ਮੇਰੇ ਤੇ ਪਰਚਾ ਦੇ ਦਿਓ। ਜਨਾਬ ਮੇਰੇ ਨਾਲ ਜ਼ੁਲਮ ਹੋਇਆ, ਮੇਰੇ ਨਾਲ ਬੜਾ ਜ਼ੁਲਮ ਹੋਇਆ। ਮੈਂ ਕਿਹੜੇ ਪਾਸੇ ਜਾਵਾਂ, ਕਿੱਥੇ ਜਾਵਾਂ? ਮੈਂ ਮਰ ਜਾਗਾ, ਮੈਂ ਮਰ ਜਾਗਾ। ਮੈਨੂੰ ਨਹੀਂ ਪਤਾ, ਮੈਨੂੰ ਕੋਈ ਮਾਰਨ ਲਈ ਟੁਰੇ। ਮੈਂ ਕਿਹੜੇ ਪਾਸੇ ਜਾਵਾਂ? ਦੁਨੀਆ ਤੇ ਮੇਰੀ ਨਾ ਪੁਲਿਸ ਸੁਣਦੀ ਹੈ ਨਾ ਕੋਈ ਚੀਜ਼ ਸੁਣਦੀ। ਮੈਂ ਕਿੱਥੇ ਜਾਵਾਂ? ਮੈਨੂੰ ਦੱਸੋ ਪੁੱਤਰ, ਕਿਹੜੀ ਜਗ੍ਹਾ ਜਾਵਾਂ? ਮੈਂ ਤੇ ਅੱਜ ਤੁਸੀਂ ਨਾ ਤੇ ਮੈਂ ਮਕਾਨ ਤੋਂ ਨਿਕਲ ਕੇ ਨਾ ਜਾਣਾ ਸੀ ਬੱਚੀ ਲੈ ਕੇ। ਇੰਨਾ ਕੀ ਡਰ ਗਿਆ ਮੈਂ ਉਹਨਾਂ ਕੋਲੋਂ। ਹਾਂਜੀ ਚੱਕਰ ਕੱਢਦੇ ਨੇ ਮੇਰੇ ਅੱਗੇ ਪਿੱਛੇ, ਮੇਰੀ ਰੇਹੜੀ ਦੇ ਅੱਗੇ ਫੱਟੇ ਤੋੜਦੇ ਉਹਨੇ। ਹਾਂਜੀ ਬਾਹਰ ਆ ਕੇ ਮੈਂ ਕਿੱਥੇ ਜਾਵਾਂ ਤੇ ਕਿਹੜੇ ਪਾਸੇ ਜਾਵਾਂ? ਸੀਐਮ ਪੰਜਾਬ ਦੇ ਅੱਗੇ ਹੈਗਾ ਕਿ ਮਰੀਮ ਕਹਿੰਦੀ ਹੈ ਬੜਾ ਕੁਝ ਕਹਿ ਰਹੀ ਹੈ। ਮਰੀਮ ਮਾਂ ਪੰਜਾਬ ਦੀ ਪੁੱਤਰ, ਕੁਛ ਨਹੀਂ ਹੋ ਰਿਹਾ, ਕੁਛ ਨਹੀਂ ਹੋ ਰਿਹਾ ਮਾਂ, ਕੁਛ ਨਹੀਂ ਹੋ ਰਿਹਾ। ਸਾਰੀ ਦੁਨੀਆ ਜਲੀਲ ਹੋ ਰਹੀ ਹੈ, ਕੋਈ ਪੁਲਿਸ ਨਹੀਂ ਸੁਣ ਰਹੀ, ਕੋਈ ਕੁਛ ਨਹੀਂ ਕਰ ਰਿਹਾ। ਗਰੀਬ ਆਦਮੀ ਮਰਦਾ ਪਿਆ, ਗਰੀਬ ਆਦਮੀ ਮਰਦਾ, ਕੋਈ ਗੱਲ ਨਹੀਂ, ਕੋਈ ਨਹੀਂ ਸੁਣਦਾ, ਕੁਛ ਨਹੀਂ ਹੋ ਰਿਹਾ, ਕੋਈ ਇਨਸਾਫ ਨਹੀਂ ਮਿਲ ਰਿਹਾ। ਅੱਜ ਵੀ ਅਖਬਾਰ ਚਲੀ ਹੈ ਕਿ ਸਾਰਾ ਕੋਈ ਸਾਰਾ नहीं मिल रहा। खुदा दा वास्ता मरियम और वज़ीर आज़म साहब, चीफ आर्मी साहब और तपस दे वहाँ मर गई जे, वहाँ मर गई जे, वहाँ मर गई। वहाँ अपना जुल्म हो रहा है जनाब, कोई इंसाफ नहीं मिल रहा। हक सच तो इंसाफ नहीं मिल रहा। नाज़रीन ये हालात हैं कि आप देख सकते हैं कि एक बुज़ुर्ग बाप, यकीन करें दिल खून के आंसू हो रहा है इनकी कैफियत देख के कि ये बुज़ुर्ग बाप जो है उम्र के किस हिस्से में है। ये इसका वक़्त जो है इस बुज़ुर्ग बाप का आराम करने का है, लेकिन ये आज भी बेचारा मेहनत मुशक्क़त करता है। आज भी अदालतों के चक्कर काटने पर मजबूर है, थानों के चक्कर काटने पर मजबूर है, लेकिन इसकी दाद रसी नहीं हो रही। इसकी बच्ची के ऊपर तशद्दुद किया गया, मुबैना तौर पर उसको ज़्यादती का निशाना बनाया गया और जो तशद्दुद किया गया उसकी मेडिकल रिपोर्ट है। अब उसके बाद जो ज़्यादती की गई है, पुलिस इनका साथ दे, अगर डिक्लेयर होता है तो उसके ख़िलाफ़ कार्रवाई करें, लेकिन इनकी एप्लीकेशन को टैग तो लगाते। इनको बुलवा के एसएचओ साहब
जो थाना फिरोज वाला के हैं, इनको बुलवा के इनको बिठाते, चाय पिलाते, पानी पिलाते, लेकिन ये गरीब है ना, इनकी जेब में लाल पीले नोट नहीं है, इसीलिए इनको वहाँ पर रिस्पॉन्ड नहीं किया जाता। अगर ये किसी एमपीए का भाई होता, किसी एमएनए का भाई होता तो इसकी बात सुनते, लेकिन अफसोस के साथ इस मुल्क के अंदर गरीब होना सबसे बड़ा जुर्म है, सबसे बड़ा जुर्म है। ये गरीब बाप जो कि 1 किलो चने बेचता है, यकीन करें दिल खून के आंसू हो रहा है, 1 किलो चने बेचता है ये और इनकी छोटी सी रेडी है। हमने हालात देखे हैं इनके, और ये किराए का घर है। अब ये रो रो के इसका बुरा हाल है, कह रहा है कि मुझे इंसाफ ना मिला तो मैं खुदकुशी कर दूँगा, मैं मर जाऊँगा। मैं किस तरीके से ज़माने को फेस कर रहा हूँ ये मैं जानता हूँ, ये मेरा खुदा जानता है। अब ये बाप, इसकी आंखें आप देखें, अगर मेरा कैमरामैन आपको इनकी आंखें दिखा सके, देखें नम नम आंखें हैं, आप देखें रो रो के बेचारा बुरा हाल हुआ पड़ा इसका कि इसकी बच्ची के साथ ज़्यादती की गई है। बहरहाल ये लम्हा फ़िक्री है और ये मेरा मुतालबा है आरपीओ साहब आपसे, डीपीओ शेखुपुरा साहब आपसे, आईजी पंजाब साहब आपसे कि खुदारा गरीब का साथ दें, गरीबों की मदद करें। यकीन करें कि दुनिया फ़ानी है, एक दिन सब ने चले जाना है, सब ने चले जाना है। अच्छे अमाल जो हैं वही आपके काम आने हैं। कोशिश करें गरीबों की, अगर अल्लाह ने आपको ओहदे दिए हुए हैं, अगर अल्लाह ने आपको इस काबिल बनाया हुआ है कि आज आप कुर्सी पर बैठ के लोगों के फ़ैसले कर रहे हैं, तो खुदारा गरीबों की मदद करें, इनकी दुआएं लें, क्योंकि दुआएं तकदीर बदल देती हैं। अगर इस बाबा जी की बद्दुआ आपको लग गई तो इस दुनिया के अंदर क्या महशर में भी आपका जो है ना वो बुरा हाल होगा। तो खुदारा आपसे मेरा मुतालबा है कि बाबा जी की मदद करें। इनका जो मुतालबा यही है कि इनकी बच्ची के साथ ज़्यादती हुई है और वो कह रहे हैं अगर झूठ साबित हो तो मुझ पे FIR दे दें आप। बाबा जी कह रहे हैं अगर झूठा हो तो मुझ पे FIR दे दें आप, मेरी बच्ची के साथ ज़्यादती हुई है, मेरी बच्ची रो रो के मुझे बता रही है। इनकी बच्ची, वो कह रहे हैं मेरी बच्ची को भी अंदर हवाला दे दीजिएगा, उस पर मुकदमा दर्ज कीजिएगा, मुझ पर भी मुकदमा दर्ज कीजिएगा। हम गरीब लोग हैं, हमारे पास इज़्ज़त के सिवा कुछ नहीं है। इज़्ज़त सबकी बराबर होती है, चाहे अमीर हो चाहे गरीब हो, इज़्ज़त सबकी बराबर होती है। तो खुदारा आपसे मुतालबा है SHO फिरोज वाला जो है वो इनको बुलवाएं, इनका जो केस है उसको सुने, इनकी एप्लीकेशन को। ये आपकी बहुत बड़ी नेग्लिजेंसी है कि एक साइल थाने आता है और उसकी एप्लीकेशन को टैग नहीं लगाया जाता, उसे कहा जाता है मेडिकल करवा के लाओ। आप जनाब एप्लीकेशन को टैग तो लगाएं, जब एप्लीकेशन को टैग नहीं लगाया गया, मेडिकल करवा के ले आया है और उसके अंदर डिक्लेयर हुआ है बच्ची के ऊपर तशद्दुद किया गया, उसके बावजूद मुकदमा दर्ज नहीं किया गया, एप्लीकेशन को टैग नहीं लगाया गया। ये सबसे बड़ी नेग्लिजेंसी है आपकी कि साइल अगर थाने आता है तो आपका काम बनता है उसका फर्स्ट प्रायोरिटी पे उसका एप्लीकेशन को टैग लगाएं, उसको हौसला दें। वो तो पहले ही बेचारा रो रहा है, पहले ही वो ज़माने का पिसा हुआ है, पहले ही अपने हालातों के साथ लड़ के उसका बुरा हाल हो गया, और ऊपर से जब आप लोग ये सलूक करेंगे तो ये लम्हा फ़िक्री है। उस जालिम को पकड़ें, उस जालिम के ख़िलाफ़ कार्रवाई करें सख्त से सख्त। मेरा ये मुतालबा है आपसे। बहरहाल इस केस के हवाले से मज़ीद जो है इनकी जो दूसरी बच्ची हैं उनसे बात करने की कोशिश करेंगे और उनके जो दामाद हैं उनसे बात करने की कोशिश करेंगे। एक शॉर्ट ब्रेक लेंगे और ब्रेक के बाद जो है मज़ीद और लोगों से बात करेंगे। एक शॉर्ट ब्रेक लेंगे जी।